सूबे दे सिर कोरोना वाला खतरा मंडरा रहा है ਅਤੇ ਇਸ 'ਚ ਹੋਰ इजाफा उदों हो गया ਜਦੋਂ हजूर साहब तो आई संगत 'ਚੋਂ एक तो बाद एक कई लोग पॉजिटिव पाए गए ਅਤੇ महाराष्ट्र तो लियांदी संगत की जांच वरती लापरवाही ने पंजाब सरकार दे कोरोना ते मिशन फतेह की खूब फजीहत करवाई। इधर सेहत मंत्री ने मन्निया है कि किसी बॉर्डर ते खुंजिया तो विरोधी धिरां भी हमलावर ने। अकाली दल आगू बिक्रम सिंह मजीठिया ने तो सेहत मंत्री का अस्तीफा मंगया। हमारे पास पूरा इंतजाम का किया हुआ है। हमारे पास बहुत सारे स्कूल कॉलेज के लिए हमने ऑलरेडी हायर कर रखे हैं और जो भी आएंगे उनको वहाँ रखा जाएगा। बकायदा प्रॉपर खाने का सब चीज़ का प्रबंध किया गया है और 21 दिन के बाद उनको देखो बात ऐसे है कि हम रिस्क नहीं ले सकते। हमने पंजाब को बचा के रखा 1.5 महीने से। 1.5 महीने से हमने कर्फ्यू भी लगा के रखा है और लॉकडाउन भी करके रखा है और हमारी सरकार का पूरा जो कारोबार है वो सारा बंद है, बिजनेस बिल्कुल नहीं हो रहा। तो लेकिन आज हम थोड़ी सी उसके लिए डील कर जाएंगे तो नुकसान हो सकता था। आप थोड़ा सा देखो, किसी बॉर्डर पे चूक हुई है, चाहे वो बठिंडा बॉर्डर हो, चाहे वो हरिपुर का जो हरि के का बड़ा जो ब्रिज है वहाँ पे। दूसरी बात ये है, वो सभी लोग 17 लोग एक गांव के थे और 2 लोग एक गांव के थे, 3 लोग। वो दोनों 2 गांव में है, पूरे डिस्ट्रिक्ट में नहीं है। अब किसी पार्टिकुलर एरिया को तो रेड जोन कह सकते हैं, पूरे डिस्ट्रिक्ट को रेड जोन कह सकते हैं। ऐसे नहीं है। जब अब कोई डिक्लेरेशन होएगी भी कि जैसे मोहाली में आप मोहाली शहर को थोड़ो आप रेड जोन में डाल देंगे। हाँ, जवाहरपुर गांव को आप रेड जोन में रख सकते हैं, लेकिन ये होना चाहिए। ਅੱਜ ਅਣਗਿਣਤ ਵੀਡੀਓ ਆ ਗਈਆਂ ਨੇ ਕਿ ਸਾਨੂੰ ਸਵੇਰ ਦੀ ਚਾਹ ਨਹੀਂ ਕਿਸੇ ਨੇ ਪੁੱਛੀ, ਸਾਨੂੰ ਰੋਟੀ ਦਾ ਹਾਲ ਵੇਖ ਲਓ ਕੀ ਆ, ਹਸਪਤਾਲਾਂ ਦਾ ਹਾਲ ਵੇਖ ਲਓ, ਡਿਪਰੈਸ਼ਨ 'ਚ ਜਾ ਰਹੇ ਆ। ਉਹਦਾ ਕਾਰਨ ਕੀ ਆ ਕਿ ਆ ਸਾਡੇ ਹੈਲਥ ਮਿਨਿਸਟਰ ਸਾਹਿਬ ਬਲਬੀਰ ਸਿੰਘ ਸਿੱਧੂ ਨੇ ਆਪਦੇ ਘਰ ਦੇ ਬਾਹਰ ਲਿਖ ਕੇ ਲਾਤਾ, नो पब्लिक डीलिंग टिल 31/3/2020 ਡਿਊ ਟੂ ਕਰੋਨਾ ਵਾਇਰਸ। ਜੇ ਤੁਹਾਡਾ ਇਹ ਜਿਹਾ ਐਟੀਟਿਊਡ ਹੋਊਗਾ, ਇਰਰਿਸਪੌਂਸਿਬਲ ਐਟੀਟਿਊਡ, ਤੇ ਫਿਰ ਪੰਜਾਬ ਦਾ ਬਹੁਤ ਵੱਡਾ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖਾਮਿਆਜਾ ਚੁੱਕਣਾ ਪੈ ਰਿਹਾ। ਔਰ ਮੈਂ ਅੱਜ ਮੰਗ ਕਰਦਾ, ਸਿਰਫ ਸਿਆਸੀ ਸਟੇਟਮੈਂਟ ਨਹੀਂ ਇਹ ਪੰਜਾਬ ਦੇ ਭਲੇ ਲਈ ਮੈਂ ਬਲਬੀਰ ਸਿੱਧੂ ਜੀ ਨੂੰ ਆਪ ਬੇਨਤੀ ਕਰਦਾ ਕਿ ਜੇ ਤੁਹਾਡੇ ਤੋਂ ਨਹੀਂ ਡਿਊਟੀ ਨਿਭਾਈ ਜਾ ਰਹੀ, ਤੁਸੀਂ ਇਸ ਕੰਮ 'ਚ ਫੇਲ ਹੋ ਰਹੇ ਹੋ, ਤੁਸੀਂ ਕਾਈਂਡਲੀ ਪੰਜਾਬ ਦੇ ਲੋਕਾਂ ਦੀ ਜਾਨਾਂ ਨੂੰ ਖਤਰੇ 'ਚ ਨਾ ਪਾਓ। ਪੰਜਾਬ ਦੇ ਲੋਕਾਂ ਦੀ ਜਾਨਾਂ ਬੜੀ ਬੜੀ ਕੀਮਤੀਆਂ ਨੇ। ਤੁਸੀਂ ਡਰੋਨ ਉਡਾਉਣ ਦਾ ਸ਼ੌਂਕ ਰੱਖਦੇ ਹੋ, ਪੁੱਠੇ ਇਹ ਜੇ ਕੰਮਾਂ ਦਾ ਕੰਮ ਕਰਨ 'ਚ ਧਿਆਨ ਰੱਖਦੇ ਹੋ, ਕੰਮ ਕਰੋ, ਮਗਰ ਹੈਲਥ ਦੀ ਏਡੀ ਇਸ ਐਮਰਜੈਂਸੀ ਵਾਲੀ ਸਿਚੁਏਸ਼ਨ ਤਹਿਤ ਤੁਹਾਨੂੰ ਹੈਲਥ ਤੋਂ ਲਾਂਭੇ ਹਟ ਜਾਣਾ ਚਾਹੀਦਾ, ਅਸਤੀਫਾ ਦੇ ਦੇਣਾ ਚਾਹੀਦਾ। ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਤੁਹਾਡੇ ਮਿਨਿਸਟਰ ਸਾਹਿਬ ਦਾ ਪਹਿਲਾਂ ਵੀ ਬੜਾ ਰੌਲਾ ਪਿਆ ਸੀ ਕਿ 300 ਕਰੋੜ ਦੀਆਂ ਗੋਲੀਆਂ ਖੁਰਦ-ਬੁਰਦ ਕਰਨ ਤੇ ਇਹਨਾਂ ਤੇ ਰੌਲਾ ਸੀ, ਕਿਉਂਕਿ ਸਿਸਟਮਸ ਉਦੋਂ ਵੀ ਇਹਨਾਂ ਨੇ ਬ੍ਰੇਕ ਕੀਤੇ ਸੀ। ਗੋਲੀਆਂ ਜਿਹੜੀਆਂ ਡਰੱਗਸ ਪੇਸ਼ੈਂਟ ਨੂੰ ਮਿਲਣੀਆਂ ਚਾਹੀਦੀਆਂ ਸਨ, ਜਿਹੜੀਆਂ ਆਨਲਾਈਨ ਮਿਲਣੀਆਂ ਚਾਹੀਦੀਆਂ ਸਨ, ਇਹਨਾਂ ਨੇ ਉਹ ਸਿਸਟਮ ਨੂੰ ਤਹਿਸ-ਨਹਿਸ ਕੀਤਾ। ਤੁਹਾਡੇ ਪ੍ਰਿੰਸੀਪਲ ਸੈਕਟਰੀ ਇਸ ਗੱਲ ਤੇ ਰੌਲਾ ਪਾਉਂਦੇ ਸੀ। ਕਹਿਣ ਦਾ ਭਾਵ ਇਹਨਾਂ ਦਾ ਪਾਸਟ ਹਿਸਟਰੀ ਵੀ, ਪਾਸਟ ਰਿਕਾਰਡ ਵੀ ਕੋਈ ਹੈਲਥ ਦੇ ਮਸਲੇ 'ਚ ਐਡਾ ਚੰਗਾ ਨਹੀਂ। ਵਿਧਾਨ ਸਭਾ 'ਚ ਰੌਲਾ ਪਿਆ। ਇਸ ਲਈ ਫॉर द ਸੇਫਟੀ ਐਂਡ ਸਿਕਿਉਰਿਟੀ, ਪੰਜਾਬ ਦੇ ਸਿਟੀਜ਼ਨਸ ਵਾਸਤੇ, ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਮੈਂ ਇਹ ਮੰਗ ਕਰਦਾ ਕਿ ਵਜ਼ੀਰ ਬਲਬੀਰ ਸਿੰਘ ਸਿੱਧੂ ਅਸਤੀਫਾ ਦੇ ਦੇਣ, ਕਿਉਂਕਿ ਜੋ ਕੋਵਿਡ ਦੀ ਲੜਾਈ 'ਚ ਐਡਾ ਮਾੜਾ ਪ੍ਰਦਰਸ਼ਨ ਰਿਹਾ ਇਹਨਾਂ ਦੀ ਅਗਵਾਈ ਹੇਠ, ਔਰ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਇਹਨਾਂ ਨੂੰ ਸੈਕ ਕਰਕੇ ਕੋਈ ਕਾਬਲ ਬੰਦਾ ਜਾਂ ਆਪਣੇ ਥੱਲੇ ਇਹ ਜ਼ਿੰਮੇਵਾਰੀ ਲੈਂਦੇ ਹੋਏ, ਜਿਹਦੇ ਨਾਲ ਡਾਕਟਰ, ਨਰਸਿਸ, ਪੈਰਾਮੈਡਿਕ ਸਟਾਫ ਦੀ ਇੱਕ ਤਾਂ ਉਹਨਾਂ ਦੇ ਹੌਸਲੇ ਬੁਲੰਦ ਹੋ ਸਕਣ ਔਰ ਇਹੋ ਜਿਹੀ ਅਣਗਹਿਲੀਆਂ ਨਾ ਹੋਣ ਜਿਹਦੇ ਨਾਲ ਕਈ ਜਾਨਾਂ ਖਤਰੇ 'ਚ ਪੈ ਸਕਦੀਆਂ। ਹੁਣ ਜਿਹੜੇ ਕੇਸ ਆਏ ਆ, ਜਿਨ੍ਹਾਂ ਨੂੰ ਘਰੇ ਭੇਜਤਾ, ਉਹ ਫਿਰ ਫੁਰਲੇ ਹੁਣ ਪੋਜ਼ਿਟਿਵ ਆ ਗਏ, ਉਹਦੇ ਕਰਕੇ ਜਿਹੜਾ ਨੁਕਸਾਨ ਹੋਣਾ ਜੀ, ਉਹਨਾਂ ਸ਼ਰਧਾਲੂਆਂ ਦੀ ਕੋਈ ਗਲਤੀ ਨਹੀਂ ਇਹਦੇ 'ਚ, ਉਹਨਾਂ ਤੋਂ ਪਤਾ ਹੀ ਨਹੀਂ, ਦੇ ਆਰ ਫੋਲੋਇੰਗ ਦ ਪ੍ਰੋਸੀਜਰ। ਮਗਰ ਇਹ ਜ਼ਿੰਮੇਵਾਰੀ ਕਿਹਦੀ ਸੀ ਉੱਥੋਂ ਲੈ ਕੇ ਇੱਥੇ ਤੱਕ। संगत घरों घरी पहुंच गई, लोग आपस च मिलते जुलते भी रहे अते फिर सरकार नूं याद आया कि कोरोना टेस्ट भी करवाना है। नहीं, वो कुछ लोग ऐसे थे जो 25 तारीख को आए थे, 25 को आए थे। 25 वाले लोग थे जो कि कोई उनका रिकॉर्ड नहीं था, लेकिन बाद में जब हमारे पास रिकॉर्ड में वो प्रशासन के इंफॉर्मेशन मिली
तो उसी टाइम उनको हमने संपर्क में लिया और बकायदा उनको हॉस्पिटल लाया गया और उनका सबका टेस्ट किया गया। अपनी प्राइवेट टैक्सी या अपने व्हीकल से आए थे, लेकिन जो बस वाले लोग हैं उनको सबको तकरीबन हमने स्क्रीनिंग किया था, लेकिन फिर भी हमने जब देखा कि वो लोग भी बाहर, उनको होम क्वारंटीन के लिए बोला गया था, लेकिन वो पता चला कि वो लोग बाहर घूम रहे हैं, तो हमारी सरकार ने फैसला किया कि जब 11 लोग आने के बाद कि सबको 21 दिन के लिए क्वारंटीन में रखेंगे और उनके बकायदा सबके सैंपल ਜਿਹੜੇ कोई सिम्टम वाले कोई सैंपल ले जाएंगे, बाकी को हम अपने ऑब्जर्वेशन में रखा जाएगा। ਹਸਪਤਾਲਾਂ ਦੀ ਔਰ ਉਹ ਚਿੱਠੀ ਜਿਹੜੀ ਤੁਹਾਡੇ ਨਿਊਜ਼ ਚੈਨਲ ਨੇ ਚਲਾਈ ਹੈ, ਉਹ ਚਿੱਠੀ ਹੈ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲਥ ਲਿਖ ਰਿਹਾ ਹੈ। ਇਹ ਚਿੱਠੀ ਦੀ ਤਰੀਕ ਹੈ 27/4/2020, ਮਤਲਬ ਕੱਲ ਦੀ ਚਿੱਠੀ, ਪਰਸੋਂ ਦੀ। ਔਰ ਜਿਹੜੇ ਪੇਸ਼ੈਂਟ ਸਨ ਹਜ਼ੂਰ ਸਾਹਿਬ ਤੋਂ ਜਾਂ ਜਿਹੜੇ ਬਾਹਰੋਂ ਆ ਰਹੇ ਸੀ ਉਹ ਤਾਂ ਪਹਿਲਾਂ ਹੀ ਆ ਗਏ ਸਨ। ਜਿਹੜੇ 25 ਨੂੰ ਇੱਥੇ 2 ਦਿਨ ਬਾਅਦ ਤੁਸੀਂ ਚਿੱਠੀ ਜਾਰੀ ਕਰ ਰਹੇ ਹੋ ਕਿ ਜਿਹੜੇ ਹਜ਼ੂਰ ਸਾਹਿਬ ਦੇ ਆ ਰਹੇ ਆ ਉੱਥੋਂ ਸ਼ਰਧਾਲੂ, ਉਹਨਾਂ ਦੀ ਜਿਹੜੀ ਟੈਸਟਿੰਗ ਹੈ ਉਹ ਪਹਿਲਾਂ ਉਹਨਾਂ ਨੂੰ ਟੈਸਟ ਕਰੋ, ਫਿਰ ਉਹਨਾਂ ਨੂੰ ਘਰ ਭੇਜੋ। ਚਿੱਠੀ ਤਾਂ 2 ਦਿਨ ਬਾਅਦ ਜਾਰੀ ਹੋ ਰਹੀ। ਕੀ ਇਹ ਲੂਪ ਹੋਲਸ, ਕਮੀ ਪੇਸ਼ੀਆਂ ਜਿਹਦਾ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ, ਕਿ ਇਹ ਤਾਂ ਮਗਰੋਂ ਜਾਗਦੇ ਆ। ਔਰ ਅੱਜ ਦਾ ਹੀ ਉਹ ਕੇਸ ਜਲੰਧਰ ਦਾ, ਉਹਨੂੰ ਵਿਚਾਰੇ ਨੂੰ ਪਹਿਲਾਂ ਕਹਿਤਾ ਤੂੰ ਕਲੀਅਰ ਹੈ, ਕੋਈ ਤੈਨੂੰ ਕਰੋਨਾ ਨਹੀਂ, ਉਹਨੂੰ ਫੁੱਲਾਂ ਦੀ ਵਰਖਾ ਵੀ ਹੋ ਗਈ, ਉਹ ਘਰੇ ਵੀ ਘੁੰਮਿਆ, ਮੁੜ ਕੇ ਫੇਰ ਉਹਨੂੰ ਘੇਰ ਲਿਆ। ਆਹੀ ਕੰਮ ਤਰਨਤਾਰਨ 'ਚ ਹੋਇਆ। ਜਦ ਤੁਸੀਂ ਇਸ ਤਰੀਕੇ ਦੀ ਕਮੀ ਪੇਸ਼ੀਆਂ ਸਾਹਮਣੇ ਆਉਣਗੀਆਂ, ਫਿਰ ਤੁਹਾਡੀ ਲੜਾਈ 'ਚ ਵੀ ਜਿਹੜੀ ਕੋਵਿਡ ਦੇ ਖਿਲਾਫ ਲੜਾਈ ਲੜ ਰਹੇ, ਸੁਭਾਵਿਕ ਹੈ ਉਹਦੇ 'ਚ ਤੁਹਾਡਾ ਡੈਥ ਰੇਟ ਸਭ ਤੋਂ ਵੱਧ ਹੋਊਗਾ, ਉਹਦੇ 'ਚ ਤੁਹਾਡੀ ਰਿਕਵਰੀ ਸਭ ਤੋਂ ਮਾੜੀ ਹੋਊਗੀ। ਔਰ ਅੱਜ ਦੇਖੋ ਇਹ ਸਾਡੇ, ਅੱਜ ਮੈਂ ਮੰਗ ਕਰਦਾ, ਔਰ ਮੈਂ ਇਹ ਸਿਆਸੀ ਗੱਲ ਨਹੀਂ ਕਰ ਰਿਹਾ, ਮੈਂ ਮੰਗ ਇਸ ਲਈ ਕਰ ਰਿਹਾ ਕਿ ਜਿਹੜਾ ਹੈਲਥ ਮਿਨਿਸਟਰ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਕੇ ਰਾਜੀ। ਇੱਕ ਤਾਂ ਕੇਰਲਾ ਦੇ ਹੈਲਥ ਮਿਨਿਸਟਰ ਨੇ, ਮੈਂ ਕੇਰਲਾ ਦੇ ਵੀ ਫਿਗਰਸ ਦੇ ਦਿਆਂ ਬੋਲਣ ਤੋਂ ਪਹਿਲਾਂ ਕੇਰਲਾ ਦੀ ਗੱਲ, ਕਿ ਕੇਰਲਾ 'ਚ ਆ ਮੇਰੇ ਕੋਲ ਫਿਗਰਸ ਨੇ, ਕੇਰਲਾ 'ਚ ਕਿੰਨੇ ਕੇਸ ਜੀ? 486, ਪੰਜਾਬ ਨਾਲੋਂ ਵੱਧ। क्योर्ड किन्ने? 359। रिकवरी रेट किन्ना? 74%। और डेथ रेट की 1%। क्यों? केरला मिनिस्टर ने सब तो पहला कोविड का केस केरला च आया 7 मार्च। एक उन्हां दा डिस्ट्रिक्ट है पथनमथिट्टा डिस्ट्रिक्ट, और हेल्थ मिनिस्टर ऑफ केरला के शैलाजा वो 8 तरीक नूं उत्थे पहुंच गए। ते साडे मतलब कि हैंड्स ऑन जिथे भी कोई प्रॉब्लम आ रही है, डॉक्टरां दी हौसला अफजाई, डिस्ट्रिक्ट एडमिनिस्ट्रेशन दी हौसला अफजाई, कोविड के पेशेंट्स के बारे उन्होंने मिलना पुछना। और यही कारण है कि उत्थे तुहानूं किसी कोविड के पेशेंट की शिकायत तुहाडे सामने नहीं आई है। इत्थे तां भाई निर्मल सिंह का केस हो गया, पद्म श्री नाल जिस तरीके का उन्हां दी फैमिली नूं ट्रीट किया गया, या ACP कोहली साहब की फैमिली नूं ट्रीट किया। बिक्रम सिंह मजीठिया इत्थे ही नहीं रुके। दावा किया गया कि संगत दा पूरा सहयोग दे रही सी, पर सरकार दी नींद ही देर नाल खुली है, जिस दा खामियाजा हुण पंजाब भुगत रहा है। अते नाल ही इल्जाम जड़िया कि केंद्र तो जारी हुए फंड दा इस्तेमाल भी नहीं होया। देखो, पंजाब में स्थिति तो कंट्रोल में है, कोई ऐसी बात नहीं है, लेकिन थोड़ा सा हमारा कल से जो कुछ लोग हजूर साहब से या बाहर से, पंजाब से बाहर से पंजाब में आए थे, उनके कारण थोड़ा सा हमारा आंकड़ा बढ़ा है, लेकिन फिर भी हमने उनको सबको ट्रेस कर लिया और ट्रेस करके उनको आइसोलेशन वार्ड में हमने भेज दिया है। प्लस जो बाकी लोग थे उनको क्वारंटीन में हमने रखा हुआ है। ਜਿਹੜੇ ਸ਼ਰਧਾਲੂ ਨੇ ਨਾ, ਉਹਨਾਂ ਨੇ ਨੰਦੇੜ ਸਾਹਿਬ ਤੋਂ ਵੀ ਵੀਡੀਓ ਚੜਾਈ ਕਿ ਸਾਡਾ ਇੱਥੇ ਕੋਈ ਸੋਸ਼ਲ ਡਿਸਟੈਂਸਿੰਗ ਵਾਲੇ ਨੋਰਮਸ ਨਹੀਂ ਫੋਲੋ ਹੋ ਰਹੇ, ਕਿਉਂਕਿ ਅਸੀਂ ਬਹੁਤ ਜ਼ਿਆਦਾ ਜਣੇ ਆ ਛੋਟੀ ਜੀ ਜਗ੍ਹਾ ਤੇ। ਔਰ ਉਹ ਉੱਥੇ ਵੀ ਮੰਗ ਕਰਦੇ ਰਹੇ ਕਿ ਜਿਹੜੀ ਗਾਈਡਲਾਈਨਸ ਆ ਉਹਨੂੰ ਫੋਲੋ ਕਰਨ ਵਾਸਤੇ ਸਾਨੂੰ ਪਲੀਜ਼ ਸਰਕਾਰ ਮਦਦ ਕਰੇ, ਮਗਰ ਨਾ ਪੰਜਾਬ ਸਰਕਾਰ ਨੇ, ਨਾ ਕਾਂਗਰਸ ਦੀ ਸਹਿਯੋਗੀ ਜਿਹੜੀ ਸਰਕਾਰ ਮਹਾਰਾਸ਼ਟਰ 'ਚ ਚੱਲ ਰਹੀ ਹੈ, ਨਾ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ। ਫਿਰ ਜੋ ਇੱਥੇ ਲਿਆਉਣੇ ਸੀ, ਕੁਆਰੰਟਾਈਨ ਉਹਨਾਂ ਨੂੰ ਕਰਨਾ, ਉਹਨਾਂ ਦੇ ਮੈਡੀਕਲ ਟੈਸਟ ਕਰਕੇ ਘਰ 'ਚ ਭੇਜਣਾ, ਇਹ ਬੇਸਿਕ ਗਾਈਡਲਾਈਨਸ ਹੈ। ਉਹ ਚਿੱਠੀ ਵੀ ਸਰਕਾਰ 27 ਤਰੀਕ ਨੂੰ ਜਾਰੀ ਕਰ ਰਹੀ ਹੈ ਸਾਰੇ DCs ਨੂੰ। ਆ ਲਿਖਿਆ ਟੂ ਆਲ DCs ਐਂਡ ਆਲ ਸਿਵਲ ਸਰਜਨ,
ਜਦ ਕਿ ਉਹ ਤਾਂ 24-25 ਤਰੀਕ ਤੋਂ ਆਣੇ ਸ਼ੁਰੂ ਹੋ ਗਏ ਸੀ। ਇਹਨਾਂ ਹਾਲਾਤਾਂ 'ਚ ਇਹ ਸੁਭਾਵਿਕ ਹੈ ਸਰਕਾਰ ਸੁੱਤੀ ਪਈ ਹੈ, ਇਹ ਤਾਂ ਚਿੱਠੀਆਂ ਬਿਆਨ ਕਰ ਰਹੀਆਂ ਨੇ। ਸੋ ਹਾਊ ਕੈਨ ਇਹਦੇ ਵਾਸਤੇ ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ ਕਿ ਹੈਲਥ ਮਹਿਕਮਾ ਪੰਜਾਬ ਦੀ ਪਰਫਾਰਮੈਂਸ ਜ਼ੀਰੋ ਹੈ, ਸੁੱਤੇ ਪਏ। ਔਰ ਇਹ ਗੱਲ ਕੱਲੇ ਕੋਵਿਡ ਦੇ ਪੇਸ਼ੈਂਟਸ ਜਾਂ ਉਹ ਨਹੀਂ ਕਹਿ ਰਹੇ, ਤਾਂ ਡਾਕਟਰ, ਨਰਸ, ਡਰਾਈਵਰ, ਮਤਲਬ ਸਧਾਰਨ ਪੰਜਾਬੀ ਹਰੇਕ ਹੀ ਰੌਲਾ ਪਾ ਰਿਹਾ। ਅੱਜ ਡਾਕਟਰ ਨਰਸ ਨੂੰ ਵੀ ਤਾਂ ਪਹਿਲੇ ਦਿਨ ਦੇ ਰੌਲਾ ਪਾ ਰਹੇ। ਪੀਪੀ ਕਿਟ ਤੁਸੀਂ ਬਾਅਦ ਚ ਲਿਆਓ, ਕਰਪਸ਼ਨ ਉਹਦੇ ਚ ਪਹਿਲਾਂ ਕੱਢ ਦਿਓ। 112 ਕਰੋੜ ਰੁਪਈਆ NHM ਥੱਲੇ ਆਇਆ, ਨਾ ਤਾਂ ਉਹ ਪੈਸਾ ਖਰਚ ਹੋ ਰਿਹਾ। 247 ਕਰੋੜ SDRF ਥੱਲੇ ਆਇਆ, ਉਹਦੇ ਚੋਂ ਸਿਰਫ 34% ਜ਼ਿਲ੍ਹਿਆਂ 'ਚ ਗਿਆ, ਉਹਦੇ ਚੋਂ ਵੀ ਸਿਰਫ 16% ਯੂਟਿਲਾਈਜੇਸ਼ਨ ਹੈ ਉਹਦੀ ਟੋਟਲ। SDRF ਫੰਡ ਜਿਹੜਾ ਆਉਂਦਾ ਜੀ ਟੂ ਫਾਈਟ ਕੋਵਿਡ, ਜਿਹ 'ਚ 6000 ਕਰੋੜ ਪਹਿਲਾਂ ਦਾ ਪਿਆ, ਉਹਦੀ ਹੁਣ ਕਿਸ਼ਤ ਆਈ ਸੀ ਮਾਰਚ ਦੇ ਮਹੀਨੇ 'ਚ 247 ਕਰੋੜ, ਉਹਦੇ ਚੋਂ ਕੱਲਾ 35% ਜ਼ਿਲ੍ਹਿਆਂ 'ਚ ਗਿਆ ਔਰ ਉਸ 35% ਚੋਂ ਕੱਲਾ 16% ਦੀ ਯੂਟਿਲਾਈਜੇਸ਼ਨ ਹੋਈ ਹੈ। ਸੋ ਇਹਨਾਂ ਹਾਲਾਤਾਂ 'ਚ ਜਦ ਨੌਨ ਸੀਰੀਅਸ ਐਟੀਟਿਊਡ ਹੈ, ਬੜਾ ਲੈਕਲਸਟਰ ਪਰਫਾਰਮੈਂਸ ਹੈ। ਪੰਜਾਬ ਦੀ ਲੋਕਾਂ ਦੀ ਜਾਨ ਬੜੀ ਕੀਮਤੀ ਹੈ। ਪੰਜਾਬ ਜਿਹੜਾ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਦੀ ਦੇਸ਼ ਪ੍ਰਤੀ ਬੜੀ ਵੱਡੀ ਜ਼ਿੰਮੇਵਾਰੀਆਂ ਨੇ। ਇਹਨਾਂ ਦੀ ਜ਼ਿੰਦਗੀ ਨਾਲ ਇਸ ਤਰੀਕੇ ਦਾ ਖਿਲਵਾੜ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਭਲੇ ਲਈ ਦੋਵੇਂ ਹੱਥ ਜੋੜ ਕੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੰਗ ਕਰਦਾ, ਕੋਈ ਕਾਬਿਲ ਬੰਦਾ ਲਾ ਦਿਓ, ਨਹੀਂ ਤਾਂ ਆਪ ਇਹ ਜ਼ਿੰਮੇਵਾਰੀ ਚੁੱਕ ਲਓ, ਨਹੀਂ ਤਾਂ ਪੰਜਾਬ ਨੂੰ ਬੜਾ ਵੱਡਾ ਖਾਮਿਆਜਾ ਚੁੱਕਣਾ ਪੈਣਾ। ਅੱਗੇ ਹੈਲਥ ਪਰਫਾਰਮੈਂਸ ਪੰਜਾਬ ਦੀ ਬੜੀ ਮਾੜੀ ਹੈ ਕੋਵਿਡ ਦੀ ਲੜਾਈ ਕਰਕੇ। ਇਹ ਸਰਕਾਰੀ ਆંકੜੇ ਦੱਸਦੇ ਆ, ਇਹ ਕੋਈ ਸਾਡੇ ਆਪੋਜੀਸ਼ਨ ਦਾ ਨਹੀਂ ਹੈ, ਸਰਕਾਰੀ ਆંકੜੇ ਗੱਲ ਬਿਆਨ ਕਰ। ਸਰਕਾਰ ਕੋਲ ਦਾਅਵਿਆਂ ਦੀ ਲੰਬੀ ਫਹਿਰਿਸਤ ਹੈ ਤਾਂ ਵਿਰੋਧੀਆਂ ਨੇ ਵੀ ਇਲਜ਼ਾਮਾਂ ਦੀਆਂ ਖੂਬ ਚੜੀਆਂ ਲਾਈਆਂ ਨੇ।